Good morning, students. This is Geeta Agarwal, English Mistress. Let's start today's class. This is class 10th. Today is 24th of January 2022. Let's read the assignment sent by Department of School Education Punjab. ਬੱਚਿਓ ਜੇ ਤੁਸੀਂ ਪਹਿਲੀ ਵਾਰ ਮੇਰੇ ਚੈਨਲ ਦੇ ਉੱਪਰ ਆਏ ਹੋ ਤਾਂ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਕਿਉਂਕਿ ਇਸ ਚੈਨਲ ਦੇ ਉੱਪਰ ਤੁਹਾਨੂੰ ਰੋਜ਼ ਦੀ ਰੋਜ਼ ਇੱਕ ਅਸਾਈਨਮੈਂਟ ਕਰਵਾਈ ਜਾਂਦੀ ਹੈ ਜੋ ਕਿ ਡਿਪਾਰਟਮੈਂਟ ਆਫ ਸਕੂਲ ਐਜੂਕੇਸ਼ਨ ਪੰਜਾਬ ਦੁਆਰਾ ਭੇਜੀ ਜਾਂਦੀ ਹੈ। ਇਸ ਨਾਲ ਤੁਹਾਡਾ ਸਿਲੇਬਸ ਬਹੁਤ ਵਧੀਆ ਤਰ੍ਹਾਂ ਚੱਲ ਰਿਹਾ ਹੈ। ਥੋੜ੍ਹਾ ਸਿਲੇਬਸ ਰੋਜ਼ਾਨਾ ਹੋਣ ਨਾਲ ਤੁਹਾਨੂੰ ਵੀ ਔਖਾ ਨਹੀਂ ਲੱਗਦਾ ਅਤੇ ਤੁਹਾਡਾ ਸਿਲੇਬਸ ਵੀ ਪੂਰਾ ਜਲਦੀ ਹੋ ਜਾਣਾ ਹੈ। ਚਲੋ ਹੁਣ ਟਾਈਮ ਵੇਸਟ ਕੀਤੇ ਬਿਨਾਂ ਆਪਾਂ ਆਪਣੀ ਅੱਜ ਦੀ ਅਸਾਈਨਮੈਂਟ ਪੜ੍ਹਨੀ ਸ਼ੁਰੂ ਕਰਦੇ ਹਾਂ। ਬੱਚਿਓ ਅੱਜ ਆਪਾਂ ਤੁਹਾਡੀ ਲਿਟਰੇਚਰ ਬੁੱਕ ਦਾ 5th ਲੈਸਨ ਹਾਊ ਮਚ ਲੈਂਡ ਡਜ਼ ਅ ਮੈਨ ਨੀਡ ਰਿਟਨ ਬਾਈ ਲੀਓ ਟੋਲਸਟॉय ਕਰਨ ਜਾ ਰਹੇ ਹਾਂ। ਆਪਾਂ ਇਹਦੇ ਕੁਐਸਚਨ ਆਨਸਰ ਕਰਨ ਜਾ ਰਹੇ ਹਾਂ। ਜਲਦੀ ਹੀ ਮੈਂ ਤੁਹਾਨੂੰ ਇਸ ਦੀ ਲੈਸਨ ਪ੍ਰੋਵਾਈਡ ਕਰਵਾ ਦੂੰਗੀ। ਪੂਰਾ ਲੈਸਨ ਤੁਸੀਂ ਬੁੱਕ ਦੇ ਨਾਲ ਪੜ੍ਹ ਸਕਦੇ ਹੋ। ਫਸਟ ਕੁਐਸਚਨ ਹੈ ਵਾਟ ਡਿਡ ਦ ਟੂ ਵਿਮਨ ਡਿਸਕਸ। ਦੋਨੋਂ ਔਰਤਾਂ ਨੇ ਕੀ ਡਿਸਕਸ ਕੀਤਾ। ਵਰ ਦੇ ਰਿਲੇਟਡ ਟੂ ਈਚ ਅਦਰ, ਕੀ ਉਹ ਦੋਨੋਂ ਆਪਸ ਵਿੱਚ ਸੰਬੰਧਿਤ ਸਨ, ਕੀ ਉਹਨਾਂ ਦੀ ਕੋਈ ਰਿਸ਼ਤੇਦਾਰੀ ਪੈਂਦੀ ਸੀ। ਆਨਸਰ ਦਾ ਟੂ ਵਿਮਨ ਡਿਸਕਸ ਅਬਾਊਟ ਟਾਊਨ ਲਾਈਫ ਐਂਡ ਵਿਲੇਜ ਲਾਈਫ। ਦੋਨੋਂ ਔਰਤਾਂ ਆਪਸ ਵਿੱਚ ਸ਼ਹਿਰੀ ਜ਼ਿੰਦਗੀ ਅਤੇ ਪੇਂਡੂ ਜ਼ਿੰਦਗੀ ਬਾਰੇ ਡਿਸਕਸ ਕਰ ਰਹੀਆਂ ਸੀ। ਦੇ ਵਰ ਸਿਸਟਰਸ, ਉਹ ਦੋਨੋਂ ਭੈਣਾਂ ਸੀ। ਸੈਕਿੰਡ ਕੁਐਸਚਨ ਵਾਟ ਡਿਡ ਵਨ ਵੂਮਨ ਸੇ ਇਨ ਡਿਫੈਂਸ ਆਫ ਰੂਰਲ ਲਾਈਫ। ਇੱਕ ਔਰਤ ਨੇ ਪੇਂਡੂ ਜ਼ਿੰਦਗੀ ਬਾਰੇ ਕੀ ਕਿਹਾ, ਪੇਂਡੂ ਜ਼ਿੰਦਗੀ ਨੂੰ ਡਿਫੈਂਸ ਕਰਕੇ ਕੀ ਕਿਹਾ। ਜਦੋਂ ਜਿਹੜਾ ਬੰਦਾ ਪੇਂਡੂ ਜ਼ਿੰਦਗੀ 'ਚ ਰਹਿ ਰਿਹਾ ਹੁੰਦਾ ਹੈ, ਪਿੰਡ 'ਚ ਰਹਿ ਰਿਹਾ ਹੁੰਦਾ ਹੈ, ਉਸਨੂੰ ਪਿੰਡ ਦੀ ਜ਼ਿੰਦਗੀ ਅੱਛੀ ਲੱਗਦੀ ਹੈ, ਚੰਗੀ ਲੱਗਦੀ ਹੈ। ਅਤੇ ਜੇ ਕੋਈ ਪਿੰਡ ਦੇ ਲੋਕਾਂ ਨੂੰ ਮਾੜਾ ਚੰਗਾ ਕਹੇ ਜਾਂ ਪਿੰਡ ਦੀ ਜ਼ਿੰਦਗੀ ਨੂੰ ਮਾੜਾ ਚੰਗਾ ਕਹੇ ਤਾਂ ਉਹ ਉਸਦੇ ਖਿਲਾਫ ਜ਼ਰੂਰ ਬੋਲੂਗਾ। ਤਾਂ ਆਓ ਉਸਨੇ ਕੀ ਕਿਹਾ ਦੇਖਦੇ ਹਾਂ। ਆਨਸਰ ਹੈ ਸ਼ੀ ਸੈਡ ਦੈਟ ਰੂਰਲ ਲਾਈਫ ਮਾਈਟ ਬੀ ਰਫ ਬਟ ਇਟ ਵਾਜ਼ ਫਰੀ ਫਰੋਮ ਐਂਗਜ਼ਾਈਟੀ। ਉਸਨੇ ਕਿਹਾ ਕਿ ਪੇਂਡੂ ਜ਼ਿੰਦਗੀ ਹੋ ਸਕਦਾ ਹੈ ਓਨੀ ਸਾਫ ਸੁਥਰੀ ਨਾ ਹੋਵੇ ਪਰ ਇੱਥੇ ਚਿੰਤਾ ਨਹੀਂ ਹੈ, ਚਿੰਤਾ ਮੁਕਤ ਹੈ। ਐਂਗਜ਼ਾਈਟੀ ਦਾ ਮਤਲਬ ਕੀ ਹੈ, ਚਿੰਤਾ। ਵਿਲੇਜਰਸ ਮਾਈਟ ਨੈਵਰ ਗਰੋ ਰਿਚ। ਪੇਂਡੂ ਲੋਕ ਹੋ ਸਕਦਾ ਕਦੇ ਅਮੀਰ ਨਾ ਬਣਨ ਬਟ ਦੇ ਆਲਵੇਜ਼ ਹੈਡ ਇਨਫ ਟੂ ਈਟ, ਪਰ ਉਹਨਾਂ ਕੋਲ ਖਾਣ ਪੀਣ ਨੂੰ ਕਾਫੀ ਹੁੰਦਾ ਹੈ, ਖਾਣ ਪੀਣ ਦੀ ਕੋਈ ਕਮੀ ਨਹੀਂ ਹੁੰਦੀ। ਥਰਡ ਕੁਐਸਚਨ ਫੈਖਮ ਬੱਚੋ ਇਸ ਲੈਸਨ ਦਾ ਹੀਰੋ ਕਹਿ ਸਕਦੇ ਹਾਂ ਆਪਾਂ। ਇਸ ਦੇ ਆਲੇ ਦੁਆਲੇ ਹੀ ਸਾਰੀ ਕਹਾਣੀ ਘੁੰਮਦੀ ਹੈ। ਫੈਖਮ ਲਿਸਨ ਟੂ ਦ ਵਿਮਨਸ ਚੈਟਰ। ਫੈਖਮ ਨੇ ਦੋਨੋਂ ਔਰਤਾਂ ਦੇ ਵਿਚਕਾਰ ਦੀ ਗੱਲਬਾਤ ਨੂੰ ਸੁਣਿਆ। ਹੀ ਸਟਾਰਟਡ ਬਰੂਡਿੰਗ ਐਂਡ ਰੀਚਡ ਅ ਕਨਕਲੂਜ਼ਨ। ਤਾਂ ਉਹ ਸੋਚ ਵਿੱਚ ਪੈ ਜਾਂਦਾ, ਬਹੁਤ ਸੋਚਦਾ ਹੈ ਅਤੇ ਫਿਰ ਉਹ ਇੱਕ ਨਤੀਜੇ 'ਤੇ ਪਹੁੰਚਦਾ ਹੈ। ਵਟ ਵਾਜ਼ ਦ ਕਨਕਲੂਜ਼ਨ, ਉਹ ਨਤੀਜਾ ਕੀ ਸੀ। ਆਨਸਰ ਫੈਖਮ ਡਿਡ ਨਾਟ ਹੈਵ ਇਨਫ ਲੈਂਡ। ਫੈਖਮ ਕੋਲ ਬਹੁਤ ਜ਼ਿਆਦਾ ਜ਼ਮੀਨ ਨਹੀਂ ਸੀ। ਹੀ ਥੋਟ ਇਫ ਹੀ ਹੈਡ ਪਲੈਂਟੀ ਆਫ ਲੈਂਡ। ਉਸਨੇ ਸੋਚਿਆ ਕਿ ਜੇ ਉਸ ਕੋਲ ਬਹੁਤ ਜ਼ਮੀਨ ਹੋਵੇ ਹੀ ਵੁੱਡ ਨਾਟ ਫੀਅਰ ਦ ਡੇਵਿਲ ਹਿਮਸੈਲਫ। ਫਿਰ ਤਾਂ ਉਹ ਡੇਵਿਲ ਤੋਂ ਮਤਲਬ ਕਿ ਰਾਖਸ਼ਾਂ ਤੋਂ ਵੀ ਨਹੀਂ ਡਰੂਗਾ, ਸ਼ੈਤਾਨ ਤੋਂ ਵੀ ਨਹੀਂ ਡਰੂਗਾ। ਡੇਵਿਲ ਦਾ ਮਤਲਬ ਹੁੰਦਾ ਸ਼ੈਤਾਨ, ਤਾਂ ਉਹ ਸ਼ੈਤਾਨ ਤੋਂ ਵੀ ਨਹੀਂ ਡਰੂਗਾ। ਐਂਡ ਹੀ ਡਿਸਾਈਡਡ ਟੂ ਬਾਏ ਸਮ ਮੋਰ ਲੈਂਡ। ਇਸ ਲਈ ਉਸਨੇ ਕੁਝ ਹੋਰ ਲੈਂਡ ਖਰੀਦਣ ਬਾਰੇ ਸੋਚਿਆ। ਫੋਰਥ ਕੁਐਸਚਨ ਵੈਨ ਡਿਡ ਡੇਵਿਲ ਹਾਰਡ ਫੈਖਮਸ ਮਿਊਜ਼ਿੰਗਸ ਵਟ ਡਿਡ ਹੀ ਡਿਸਾਈਡ। ਜਦੋਂ ਸ਼ੈਤਾਨ ਨੇ ਫੈਖਮ ਦੀ ਗੱਲਾਂ ਨੂੰ ਸੁਣਿਆ ਤਾਂ ਸ਼ੈਤਾਨ ਨੇ ਕੀ ਡਿਸਾਈਡ ਕੀਤਾ। ਦ ਡੇਵਿਲ ਡਿਸਾਈਡਡ ਟੂ ਗਿਵ ਫੈਖਮ ਇਨਫ ਲੈਂਡ। ਸ਼ੈਤਾਨ ਨੇ ਸੋਚਿਆ ਕਿ ਚਲੋ ਠੀਕ ਹੈ, ਫੈਖਮ ਕਹਿੰਦਾ ਹੈ ਜੇ ਇਹਦੇ ਕੋਲ ਬਹੁਤ ਸਾਰੀ ਜ਼ਮੀਨ ਹੋਵੇ ਤਾਂ ਇਹ ਫਿਰ ਸ਼ੈਤਾਨ ਤੋਂ ਵੀ ਨਹੀਂ ਡਰੂਗਾ, ਚਲੋ ਫਿਰ ਪਹਿਲਾਂ ਇਹਨੂੰ ਜ਼ਮੀਨ ਹੀ ਦਿਵਾਉਂਦੇ ਹਾਂ। ਐਂਡ ਬਾਏ ਮੀਨਸ ਆਫ ਦੈਟ ਲੈਂਡ ਹੀ ਡਿਸਾਈਡਡ ਟੂ ਗੈਟ ਫੈਖਮ ਇਨ ਟੂ ਹਿਜ਼ ਪਾਵਰ। ਤਾਂ ਇਸ ਕਰਕੇ ਉਸਨੇ ਇਹ ਡਿਸਾਈਡ ਕੀਤਾ ਕਿ ਫੈਖਮ ਕੋਲ ਬਹੁਤ ਜ਼ਮੀਨ ਹੁਣ ਹੋਊਗੀ। ਫਿਫਥ ਕੁਐਸਚਨ ਦ estate owner on whose land Feckham was tenant sold her land. Who bought the land? ਤਾਂ ਜਿਹੜਾ estate owner ਜਿਸ ਦੀ ਲੈਂਡ ਦੇ ਉੱਪਰ, ਜ਼ਮੀਨ ਦੇ ਉੱਪਰ ਫੈਖਮ ਸੀ, ਜਿਹੜਾ ਉਹ ਠੇਕੇ 'ਤੇ ਲਿੱਤੀ ਹੋਈ ਸੀ ਜ਼ਮੀਨ ਉਹਨੇ, ਤਾਂ ਉਸਨੇ ਆਪਣੀ ਜਦੋਂ ਜ਼ਮੀਨ ਵੇਚੀ ਤਾਂ ਕਿਸਨੇ ਖਰੀਦੀ। ਵਨ ਆਫ ਦ ਫੈਖਮਸ ਨੇਬਰ ਬੌਟ 50 acres ਆਫ ਦ ਲੈਂਡ। ਤਾਂ ਫੈਖਮ ਦੇ ਇੱਕ ਗਵਾਂਢੀ ਨੇ 50 ਏਕੜ ਜ਼ਮੀਨ ਖਰੀਦੀ। ਫੈਖਮ ਆਲਸੋ ਅਰੇਂਜ ਟੂ ਬਾਏ 40 acres ਆਫ ਦੈਟ ਲੈਂਡ। ਤਾਂ ਫੈਖਮ ਨੇ ਵੀ ਜਿਵੇਂ ਤਿਵੇਂ ਕਰਕੇ
40 एकड़ ज़मीन फैखम ने भी खरीदी। 6th क्वेश्चन, हाउ डिड फैखम मैनेज टू पुट टुगेदर द मनी फॉर बाइंग द लैंड। फैखम ने किस तरह ਜ਼ਮੀਨ ਖਰੀਦਣ ਦੇ ਲਈ ਪੈਸਾ ਕਿਵੇਂ ਜੋੜਿਆ, ਪੈਸਾ ਕਿੱਥੋਂ ਆਇਆ ਉਹਦੇ ਕੋਲ। ਫੈਖਮ ਸੋਲਡ ਹਿਸ ਕੋਲਟ, ਫੈਖਮ ਨੇ ਆਪਣਾ ਘੋੜੇ ਦਾ ਬੱਚਾ ਉਹ ਵੇਚਤਾ। ਐਂਡ 1/2 ਆਫ ਹਿਸ ਬੀਜ਼, ਤੇ ਉਹਨੇ ਮੱਖੀ ਪਾਲਣ ਕੀਤਾ ਹੋਇਆ ਸੀਗਾ, ਉਹਨਾਂ ਨੂੰ ਵੀ ਅੱਧੀਆਂ ਮੱਖੀਆਂ ਵੀ ਵੇਚਤੀਆਂ ਉਸਨੇ। ਮੱਖੀ ਪਾਲਣ ਮਤਲਬ ਸ਼ਹਿਦ ਦੀ ਮੱਖੀ। ਹੀ ਹਾਇਰਡ ਆਊਟ 1 ਆਫ ਹਿਸ ਸਨਸ ਐਜ਼ ਅ ਲੇਬਰਰ, ਉਸਨੇ ਆਪਣੇ ਇੱਕ ਬੇਟੇ ਨੂੰ ਮਜ਼ਦੂਰ ਲਗਾਤਾ। ਐਂਡ ਟੁਕ ਹਿਸ ਵੇਜਿਸ ਇਨ ਐਡਵਾਂਸ, ਤੇ ਜਿਸ ਕੋਲ ਮਜ਼ਦੂਰ ਲਗਾਇਆ ਉਸ ਤੋਂ ਉਸਦੀ ਜਿਹੜੀ ਦਿਹਾੜੀ ਸੀ ਉਹ ਐਡਵਾਂਸ 'ਚ ਲੈ ਲਈਆਂ। ਹੀ ਆਲਸੋ ਬੋਰੋਡ ਸਮ ਮਨੀ ਫਰੋਮ ਹਿਸ ਬ੍ਰਦਰ ਇਨ ਲੋ, ਉਸਨੇ ਕੁਝ ਪੈਸੇ ਆਪਣੇ ਸਾਲੇ ਤੋਂ ਵੀ ਉਧਾਰ ਲੈ ਲਏ। क्वेश्चन 7, फैखम मैट अ स्ट्रेंजर वन डे, एक दिन फैखम नू एक अजनबी मिलिया। वट वॉज दिस स्ट्रेंजर, हु वॉज दिस स्ट्रेंजर, यह अजनबी कौन सी। वट इन्फॉर्मेशन डिड ही गिव टू फैखम, उसने फैखम नू की जानकारी दिती। द स्ट्रेंजर वॉज अ पीजेंट, जिहड़ा स्ट्रेंजर सी वो एक किसान सी। ही टोल्ड फैखम दैट ही हैड कम फ्रॉम बियॉन्ड द वोल्गा, उसने दसिया कि वह वोल्गा नदी ਦੇ ਪਿੱਛੋਂ ਆਇਆ। ਦ ਲੈਂਡ ਦੇਅਰ ਵਾਜ਼ ਵੈਰੀ ਫਰਟਾਈਲ ਐਂਡ ਚੀਪ, ਅਤੇ ਉੱਥੋਂ ਦੀ ਜਿਹੜੀ ਜ਼ਮੀਨ ਹੈ ਉਹ ਬਹੁਤ ਹੀ ਉਪਜਾਊ ਹੈ ਅਤੇ ਬਹੁਤ ਹੀ ਸਸਤੀ ਹੈ। ਪੀਜ਼ੈਂਟਸ ਵਰ ਮੇਕਿੰਗ ਮਚ ਮਨੀ ਦੇਅਰ, ਅਤੇ ਜਿਹੜੇ ਕਿਸਾਨ ਨੇ ਉਹ ਉੱਥੇ ਬਹੁਤ ਪੈਸਾ ਕਮਾ ਰਹੇ ਨੇ, ਕਿਉਂਕਿ ਨਦੀ ਦੇ ਨੇੜੇ ਦੀ ਜਿਹੜੀ ਜ਼ਮੀਨ ਹੁੰਦੀ ਹੈ ਉਹ ਬਹੁਤ ਉਪਜਾਊ ਹੁੰਦੀ ਹੈ ਅਤੇ ਉੱਥੇ ਬਹੁਤ ਅੱਛੀ ਫਸਲ ਹੁੰਦੀ ਹੈ। ਇਸ ਕਰਕੇ ਅਜਨਬੀ ਨੇ ਕਿਹਾ ਕਿ ਉੱਥੇ ਵੋਲਗਾ ਦੇ ਪਿੱਛੋਂ ਆਇਆ ਮੈਂ, ਉੱਥੇ ਬਹੁਤ ਸਾਰੀ ਜ਼ਮੀਨ ਵਿਕ ਰਹੀ ਹੈ ਅਤੇ ਮੈਂ ਉੱਥੇ ਅਸੀਂ ਬਹੁਤ ਪੈਸਾ ਕਮਾ ਰਹੇ ਹਾਂ। ਤਾਂ ਇਹ ਸਾਰਾ ਹੀ ਜੋ ਹੈ ਡੇਵਿਲ ਦਾ ਕੀਤਾ ਕਰਾਇਆ ਸੀ। ਡੇਵਿਲ ਉਸ ਨੂੰ ਜਾਣ ਬੁੱਝ ਕੇ ਆਪਣੇ ਜਾਲ 'ਚ ਫਸਾ ਰਿਹਾ ਸੀ। ਤਾਂ ਬੱਚਿਓ ਇਹ ਸੀ ਤੁਹਾਡੇ 5th क्वेश्चन, जो कि ਤੁਹਾਡਾ ਲਿਟਰੇਚਰ ਬੁੱਕ ਦਾ 5th क्वेश्चन ਹੈ, ਹਾਊ ਮਚ ਲੈਂਡ ਡਜ਼ ਅ ਮੈਨ ਨੀਡ। ਇਹਦੇ ਆਪਾਂ 7 क्वेश्चन ਕਰ ਚੁੱਕੇ ਹਾਂ। ਇਹਨਾਂ ਨੂੰ ਤੁਸੀਂ ਆਪਣੀ ਕਾਪੀ ਦੇ ਉੱਪਰ ਵੀ ਲਿਖ ਲੈਣਾ ਹੈ ਅਤੇ ਯਾਦ ਵੀ ਕਰ ਲੈਣਾ ਹੈ। ਕਾਪੀ ਦੇ ਉੱਪਰ ਲਿਖਣ ਤੋਂ ਬਾਅਦ ਆਪਣੇ ਟੀਚਰਸ ਨੂੰ ਫੋਟੋ ਖਿੱਚ ਕੇ ਜ਼ਰੂਰ ਭੇਜੋ, ਤਾਂ ਕਿ ਟੀਚਰਸ ਨੂੰ ਵੀ ਖੁਸ਼ੀ ਹੋਵੇ ਕਿ ਤੁਸੀਂ ਕੰਮ ਘਰੇ ਬੈਠੇ ਕਰ ਰਹੇ ਹੋ। ਥੈਂਕ ਯੂ ਵੈਰੀ ਮਚ, ਹੈਵ ਅ ਨਾਈਸ ਡੇ, ਟੇਕ ਕੇਅਰ, ਬਾਏ ਬਾਏ।